ਸਰ 2 ਵਾਰੀ ਨਾਰਥ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਲੱਗਦਾ ਕਿ ਇਸ ਵਾਰ ਵੀ ਪਾਰਟੀ ਤੁਹਾਨੂੰ ਟਿਕਟ ਦੇਗੀ। ਪੰਜਾਬ ਭਾਜਪਾ ਦੇ ਵਿੱਚ ਜੇ ਆਪਾਂ ਲੁਧਿਆਣਾ ਭਾਜਪਾ ਦੀ ਗੱਲ ਕਰੀਏ ਮਤਭੇਦਾਂ ਦੀ ਜੋ ਗਿਣਤੀ ਹੈ ਉਹ ਵੱਧਦੀ ਜਾ ਰਹੀ ਹੈ, ਇੱਦਾਂ ਕਿਉਂ? ਤੁਸੀਂ ਮੈਨੂੰ ਦੱਸੋ ਤੁਹਾਨੂੰ ਕਿੱਥੇ ਮਤਭੇਦ ਲੱਗ ਰਿਹਾ? ਕਾਫੀ ਜ਼ਿਆਦਾ ਲੋਕ ਨੇ ਜੋ ਲੀਡਰਸ਼ਿਪ ਤੋਂ ਵੀ ਨਾਰਾਜ਼ ਨਜ਼ਰ ਆ ਰਹੇ ਨੇ। ਅਗਰ ਆਪਾਂ ਡਾਕਟਰ ਮੋਹਨ ਲਾਲ ਦੀ ਗੱਲ ਕਰੀਏ, ਅਨਿਲ ਜੋਸ਼ੀ ਜੀ ਦੀ ਗੱਲ ਕਰੀਏ ਤੇ ਇਹ ਨਾਰਾਜ਼ਗੀਆਂ ਹੀ ਨੇ ਕਿਉਂਕਿ ਉਹ ਸੀਨੀਅਰ ਲੀਡਰ ਨੇ ਔਰ ਜੋ ਪੰਜਾਬ ਦੀ ਲੀਡਰਸ਼ਿਪ ਹੈ ਉਹ ਤੋਂ ਹੀ ਨਾਰਾਜ਼ ਨਜ਼ਰ ਆ ਰਹੇ ਨੇ। ਦੇਖੋ ਪੰਜਾਬ 'ਚ ਹੁਣ ਜੋਸ਼ੀ ਸਾਹਿਬ ਦੇ ਆਪਣਾ ਉਹਨਾਂ ਦਾ ਵਿਊ ਹੈ। ਦੇਖੋ ਪਹਿਲੀ ਵਾਰ ਐਸਾ ਹੋਇਆ ਹੋਣਾ ਵੀ 11 ਮੀਟਿੰਗਾਂ ਕੇਂਦਰ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਨੇ ਕਰਵਾਈਆਂ। ਇਹ ਠੀਕ ਹੈ ਰਿਜ਼ਲਟ ਨਹੀਂ ਆਏ ਲੇਕਿਨ ਐਫਰਟਸ 'ਚ ਸਾਡਾ ਕੋਈ ਐਸਾ ਤਾਂ ਕਮੀ ਨਹੀਂ ਸੀਗਾ ਕਿ ਇਸ ਵਾਰ ਤੁਸੀਂ ਆਪਣੀ ਕਿਸਮਤ ਸੈਂਟਰਲ 'ਚ ਅਜ਼ਮਾਉਣ ਦੇ ਚਾਹਵਾਨ ਹੋ। ਇਹ ਤਾਂ ਮੇਰੇ ਸੰਗਠਨ ਨੇ ਦੇਖਣਾ। ਜਿੰਨੀ ਵਾਰ ਬੀਜੇਪੀ ਤੋਂ ਤੁਸੀਂ ਲੜੇ ਹੋ ਆਪਣੇ ਵਾਰਡ ਦੇ ਵਿੱਚ ਤੁਸੀਂ ਜਿੱਤੇ ਹੋ, ਅਗਰ ਬੀਜੇਪੀ ਤੋਂ ਹੀ ਕੋਈ ਹੋਰ ਕੈਂਡੀਡੇਟ ਲੜਿਆ ਤਾਂ ਉਹ ਹਾਰਿਆ। ਉਹ 20% ਮੋਟਾ ਬੰਦੇ ਦੀ ਇਮੇਜ ਔਰ 80% ਪਾਰਟੀ ਦੇ ਇਮੇਜ ਹੁੰਦੀ ਸੀਗੀ। ਅੱਜ ਪਾਰਲੀਮੈਂਟ ਦੇ ਇਲੈਕਸ਼ਨਾਂ 'ਚ ਵੀ ਮੈਂ ਕਹਿੰਦਾ 50% ਤੋਂ ਵੱਧ ਵੀ ਕੈਂਡੀਡੇਟ ਦੀ ਇਮੇਜ ਕੰਮ ਕਰਦੀ ਹੈ। ਤੁਹਾਨੂੰ ਲੋਕਾਂ ਦੇ ਦਿਲ ਜਿੱਤਣੇ ਪੈਣੇ ਹੈ ਵੋਟਾਂ ਲੈਣ ਦੇ ਵਾਸਤੇ। ਸਰ ਸੂਤਰਾ ਤੋਂ ਇੱਕ ਖਬਰ ਹੋਰ ਵੀ ਆਈ ਹੈ ਕਿ ਤੁਸੀਂ ਕਿਸੇ ਹੋਰ ਪਾਰਟੀ ਨਾਲ ਵੀ ਇਸ ਟਾਈਮ ਥੋੜਾ ਬਹੁਤ ਤੁਹਾਡੀ ਗੱਲਬਾਤ ਚੱਲਦੀ ਪਈ ਹੈ, ਕੀ ਇਹ ਗੱਲ ਸੱਚ ਹੈ? ਪ੍ਰਵੀਨ ਬਾਂਸਲ ਬਾਰੇ ਉਹਦੇ ਦੁਸ਼ਮਣ ਵੀ ਜਾਣਦੇ ਹੈ ਕਿ ਉਹ ਆਪਣੀ ਪਾਰਟੀ ਦੇ ਪ੍ਰਤੀ ਕਿੰਨਾ ਕੁ ਵਫਾਦਾਰ ਹੈ। ਤੁਸੀਂ ਹੁਣ ਅਗਰ ਆਪਾਂ 2022 ਦੇ ਇਲੈਕਸ਼ਨਸ ਦੀ ਗੱਲ ਕਰੀਏ ਬੀਜੇਪੀ ਨੂੰ ਕਿੱਥੇ ਦੇਖਦੇ ਹੋ? ਅਸੀਂ ਸਿਰਫ 2 ਸੀਟਾਂ ਤੋਂ ਅੱਜ 304 ਸੀਟਾਂ ਲੈ ਕੇ ਕੇਂਦਰ 'ਚ ਸਰਕਾਰ ਚਲਾ ਰਹੇ ਹਾਂ। 5 ਸਾਲ 'ਚ ਅਸੀਂ 3 ਸੀਟਾਂ ਤੋਂ 77 ਸੀਟਾਂ ਤੱਕ ਅਸੀਂ ਪਹੁੰਚ ਗਏ। 25 ਗੁਣਾ ਜਿਹੜੀ ਅਸੀਂ ਸਾਡਾ ਵਾਧਾ ਹੋਇਆ। ਤੁਸੀਂ ਦੇਖੋ ਚਾਹੇ ਅਕਾਲੀ ਦਲ ਹੈ ਉਹਨੂੰ ਭਾਰਤੀ ਜਨਤਾ ਪਾਰਟੀ ਤੋਂ ਡਰ ਲੱਗ ਰਿਹਾ, ਚਾਹੇ ਕਾਂਗਰਸ ਹੈ ਉਹਨੂੰ ਭਾਰਤੀ ਜਨਤਾ ਪਾਰਟੀ ਤੋਂ ਡਰ ਲੱਗ ਰਿਹਾ। ਜਿਹੜੇ ਕਿਸਾਨੀ ਮੁੱਦਾ ਨਹੀਂ ਉਹਨਾਂ ਦਾ ਹੈਗਾ, ਉਹਨਾਂ ਦਾ ਕੋਈ ਹੋਰ ਹਿਡਨ ਏਜੰਡਾ। ਮੈਂ ਦੀਪਕ ਗਰਗ ਜੀ ਦੀ ਗੱਲ ਕਰ ਰਹੀ ਹਾਂ। ਉਹਨਾਂ ਨੇ ਸਾਨੂੰ ਇੰਟਰਵਿਊ ਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਕਹੀ ਸੀ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਬਣੇਗੀ, ਉਹਨਾਂ ਨੂੰ 117 ਸੀਟਾਂ ਤੇ ਲੀਡਰ ਨਹੀਂ ਮਿਲਣਗੇ ਤੇ ਉਹ ਕਾਫੀ ਜ਼ਿਆਦਾ ਨਾਰਾਜ਼ ਵੀ ਨਜ਼ਰ ਆ ਰਹੇ ਨੇ ਲੁਧਿਆਣਾ ਦੀ ਲੀਡਰਸ਼ਿਪ ਤੋਂ। ਬੰਦਿਆਂ ਬਾਰੇ ਮੈਂ ਕੀ ਕਹਿਣਾ ਸਮਝਦਾ, ਕਿੰਨਾ ਕੁ ਦੀਪਕ ਗਰਗ ਜੀ ਨੂੰ ਪਤਾ ਹੋਣਾ ਤੇ ਮੈਂ ਉਹਦਾ ਕੋਈ ਜਵਾਬ ਨਹੀਂ ਦੇਣਾ। ਖਬਰ ਦਿਨ ਪਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਏਕਤਾ ਸਿੰਘਲਾ ਸਵਾਗਤ ਕਰਦੀ ਹਾਂ। ਅੱਜ ਦੀ ਖਾਸ ਮੁਲਾਕਾਤ 'ਚ ਸਾਡੇ ਨਾਲ ਮੌਜੂਦ ਨੇ ਪ੍ਰਵੀਨ ਬੰਸਲ ਜੀ ਜੋ ਕਿ ਪੰਜਾਬ ਭਾਜਪਾ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਅਤੇ ਨਾਲ ਹੀ ਇਹ ਲੁਧਿਆਣਾ ਦੇ ਹਲਕਾ ਨਾਰਥ ਦੇ ਇੰਚਾਰਜ ਵੀ ਨੇ। ਸਰ ਸਵਾਗਤ ਹੈ ਤੁਹਾਡਾ। ਜੈ ਹਿੰਦ ਜੀ, ਸਤਿ ਸ਼੍ਰੀ ਅਕਾਲ। ਸਰ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਕਿ ਇਸ ਟਾਈਮ 2022 ਦਾ ਸਮਾਂ ਬਹੁਤ ਹੀ ਨਜ਼ਦੀਕ ਹੈ, ਇਲੈਕਸ਼ਨਸ ਨੇੜੇ ਨੇ ਤੇ ਜਿਵੇਂ ਜਿਵੇਂ ਉਹ ਸਮਾਂ ਨਜ਼ਦੀਕ ਆ ਰਿਹਾ ਤੇ ਪੰਜਾਬ ਭਾਜਪਾ ਦੇ ਵਿੱਚ ਜਾਂ ਆਪਾਂ ਲੁਧਿਆਣਾ ਭਾਜਪਾ ਦੀ ਗੱਲ ਕਰੀਏ ਮਤਭੇਦਾਂ ਦੀ ਜੋ ਗਿਣਤੀ ਹੈ ਉਹ ਵੱਧਦੀ ਜਾ ਰਹੀ ਹੈ, ਇੱਦਾਂ ਕਿਉਂ? ਨਹੀਂ ਮੈਨੂੰ ਤਾਂ ਨਹੀਂ ਕਿਤੇ ਲੱਗਦਾ। ਹੁਣ ਤੁਹਾਡੀਆਂ ਪਤਾ ਨਹੀਂ ਰਿਪੋਰਟਾਂ ਕਿਸ ਤਰ੍ਹਾਂ ਦੀਆਂ, ਤੁਸੀਂ ਮੈਨੂੰ ਦੱਸੋ ਤੁਹਾਨੂੰ ਕਿੱਥੇ ਮਤਭੇਦ ਲੱਗ ਰਿਹਾ? ਸਰ ਕਾਫੀ ਜ਼ਿਆਦਾ ਲੋਕ ਨੇ ਜੋ ਲੀਡਰਸ਼ਿਪ ਤੋਂ ਵੀ ਨਾਰਾਜ਼ ਨਜ਼ਰ ਆ ਰਹੇ ਨੇ। ਅਗਰ ਆਪਾਂ ਡਾਕਟਰ ਮੋਹਨ ਲਾਲ ਦੀ ਗੱਲ ਕਰੀਏ, ਅਨਿਲ ਜੋਸ਼ੀ ਜੀ ਦੀ ਗੱਲ ਕਰੀਏ ਤੇ ਇਹ ਨਾਰਾਜ਼ਗੀਆਂ ਹੀ ਨੇ ਕਿਉਂਕਿ ਉਹ ਸੀਨੀਅਰ ਲੀਡਰ ਨੇ ਔਰ ਜੋ ਪੰਜਾਬ ਦੀ ਲੀਡਰਸ਼ਿਪ ਹੈ ਉਹ ਤੋਂ ਹੀ ਨਾਰਾਜ਼ ਨਜ਼ਰ ਆ ਰਹੇ ਨੇ। ਨਹੀਂ ਦੇਖੋ ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਜੋਸ਼ੀ ਜੀ ਦੀ ਤੇ ਮਾਸਟਰ ਮੋਹਨ ਲਾਲ ਜੀ ਦੀ, ਇਹ ਪੰਜਾਬ ਦੇ ਲੀਡਰ ਹੈ, ਲੁਧਿਆਣਾ ਨਹੀਂ ਹੈਗਾ। ਨੰਬਰ 1। ਨੰਬਰ 2 ਦੇਖੋ ਪੰਜਾਬ 'ਚ ਹੁਣ ਜੋਸ਼ੀ ਸਾਹਿਬ ਦੇ ਆਪਣਾ ਉਹਨਾਂ ਦਾ ਵਿਊ ਹੈ ਔਰ ਮਾਸਟਰ ਮੋਹਨ ਲਾਲ ਜੀ ਬੜੇ ਸਾਡੇ ਸੀਨੀਅਰ ਲੀਡਰ ਹੈ, ਉਹਨਾਂ ਨੇ ਆਪਣਾ ਵਿਊ ਰੱਖਿਆ ਹੋਣਾ। ਪਰ ਉਸ 'ਚ ਜਿਹੜੀ ਪੰਜਾਬ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹਨਾਂ ਨੇ ਜਿਸ ਤਰੀਕੇ ਦੇ ਨਾਲ, ਜਿਸ ਮਿਹਨਤ ਦੇ ਨਾਲ ਕੇਂਦਰੀ ਲੀਡਰਸ਼ਿਪ ਨਾਲ ਤਾਲਮੇਲ ਬਿਠਾ ਕੇ, ਦੇਖੋ ਪਹਿਲੀ ਵਾਰ ਐਸਾ ਹੋਇਆ ਹੋਣਾ ਵੀ 11 ਮੀਟਿੰਗਾਂ ਕੇਂਦਰ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਨੇ ਕਰਵਾਈਆਂ। ਸੋ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਇਹ ਠੀਕ ਹੈ ਰਿਜ਼ਲਟ ਨਹੀਂ ਆਏ ਲੇਕਿਨ ਐਫਰਟਸ 'ਚ ਸਾਡਾ ਕੋਈ ਐਸਾ ਤਾਂ ਕਮੀ ਨਹੀਂ ਸੀਗਾ। ਇਹਨਾਂ ਦਾ ਆਪਣਾ ਪਰਸਨਲ ਵਿਊ ਹੋ ਸਕਦਾ ਸਾਡੇ ਜਿਹੜੇ ਕੋਈ 2-4 ਲੀਡਰ ਇਸ ਤਰ੍ਹਾਂ ਦੇ ਬੋਲੇ ਆ। ਸਰ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਆਪਾਂ ਪੈਂਡੇਮਿਕ ਦੀ ਮਾਰ ਝੇਲਦੇ ਆ ਰਹੇ ਹਾਂ, ਕਾਫੀ ਜ਼ਿਆਦਾ ਜੋ ਆਪਾਂ ਕਹੀਏ ਨੁਕਸਾਨ ਹੋਇਆ। ਉਸ ਟਾਈਮ ਪੰਜਾਬ ਭਾਜਪਾ ਨੇ ਕੀ ਕੀਤਾ ਕਿ ਲੋਕਾਂ ਦੀ ਕਿਸ ਤਰੀਕੇ ਨਾਲ ਸੇਵਾ ਕੀਤੀ? ਤੁਸੀਂ ਦੇਖੋ ਅਸੀਂ ਭਾਰਤੀ ਜਨਤਾ ਪਾਰਟੀ
ਇੱਕ ਐਸੀ ਪਾਰਟੀ ਹੈ ਜਿਹੜਾ ਦੇਸ਼ ਨੂੰ ਜਿਸ ਤਰ੍ਹਾਂ ਦੀ ਲੋੜ ਹੁੰਦੀ ਹੈ ਉਹਦੇ ਹਿਸਾਬ ਨਾਲ ਇਕੱਲੇ ਰਾਜਨੀਤਿਕ ਤੌਰ ਤੇ ਨਹੀਂ, ਇਕੱਲੇ ਸਮਾਜਿਕ ਤੌਰ ਤੇ ਨਹੀਂ, ਇਕੱਲੇ ਧਾਰਮਿਕ ਤੌਰ ਤੇ ਨਹੀਂ, ਹਰ ਤਰ੍ਹਾਂ ਨਾਲ ਆਪਣੇ ਆਪ ਨੂੰ ਉਸ ਹਿਸਾਬ ਦੇ ਨਾਲ ਢਾਲਣਾ। ਦੇਖੋ ਅੱਜ ਕੱਲ੍ਹ ਅਸੀਂ ਸੇਵਾ ਹੀ ਸੰਗਠਨ ਦੇ ਨਾਮ ਤੇ ਅਸੀਂ ਕੰਮ ਕਰ ਰਹੇ ਹਾਂ। ਸੇਵਾ ਹੀ ਸੰਗਠਨ ਦੇ ਨਾਮ ਤੇ ਹੁਣ ਸ਼ੁਰੂ ਕੀਤਾ, ਅਦਰਵਾਈਜ਼ ਜਿਸ ਦਿਨ ਤੋਂ ਲੋਕਡਾਊਨ ਲੱਗਿਆ, ਜਿੱਥੇ ਕੇਂਦਰ ਸਰਕਾਰ ਦਾ ਪੂਰਾ ਅਮਲਾ ਸਾਡੇ ਪ੍ਰਧਾਨ ਮੰਤਰੀ ਆਦਰਨੀय ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਲੈ ਕੇ ਸਾਡੇ ਆਦਰਨੀय ਸ਼੍ਰੀ JP ਨੱਡਾ ਜੀ, ਸ਼੍ਰੀ ਅਮਿਤ ਸ਼ਾਹ ਜੀ, ਜਿਹੜੀ ਪੂਰਾ ਅਮਲਾ ਲੱਗਿਆ, ਉਸ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦਾ ਪੂਰਾ ਸਟਰਕਚਰ ਇੱਕ ਬੂਥ ਤੋਂ ਲੈ ਕੇ ਮੰਡਲ, ਡਿਸਟ੍ਰਿਕਟ, ਸਾਰੀਆਂ ਸਟੇਟ, ਸਾਰੇ ਕਾਰਜਕਰਤਾ ਆਪਣੀ ਸਮਰੱਥਾ ਦੇ ਅਨੁਸਾਰ, ਕਿਸੇ ਨੇ ਲੰਗਰ ਲਗਾਇਆ, ਕਿਸੇ ਨੇ ਹਸਪੀਟਲ 'ਚ ਬੈੱਡਸ ਦੀ ਕੋਸ਼ਿਸ਼ ਕੀਤੀ ਜਿਹਨੂੰ ਨਹੀਂ ਮਿਲਦਾ ਸੀ, ਕਿਸੇ ਨੇ ਸੁੱਕਾ ਰਾਸ਼ਨ ਦਿੱਤਾ, ਕਿਸੇ ਨੇ ਐਂਬੂਲੈਂਸ ਦੀ ਸਰਵਿਸ ਪ੍ਰੋਵਾਈਡ ਕੀਤੀ। ਹਰ ਤਰ੍ਹਾਂ ਦੇ ਨਾਲ ਅਸੀਂ ਆਪਣੇ ਸਾਰੇ ਡਿਸਟ੍ਰਿਕਟ ਵਾਈਜ਼ ਅਸੀਂ ਆਪਣਾ ਫ੍ਰੀ ਟੋਲ ਫ੍ਰੀ ਨੰਬਰ ਲਾਂਚ ਕੀਤਾ। ਸੋ ਭਾਰਤੀ ਜਨਤਾ ਪਾਰਟੀ ਨੇ ਇਸ ਪੈਂਡੈਮਿਕ 'ਚ ਸੇਵਾ ਦੇ ਕੰਮ, ਰਾਜਨੀਤੀ ਪਰਾਂ ਛੱਡ ਕੇ, ਹੁਣ ਅੱਜ ਕੱਲ੍ਹ ਤੁਸੀਂ ਵੈਕਸੀਨੇਸ਼ਨ ਦੇਖੋ, ਜਿਹੜਾ ਲੁਧਿਆਣੇ ਦੇ ਅੰਦਰ ਹੀ ਤੁਸੀਂ ਐਗਜ਼ਾਮਪਲ ਲਿਓ, ਵੈਕਸੀਨੇਸ਼ਨ ਦੀ NGO ਦੇ ਦੁਆਰਾ, ਪਾਰਟੀ ਦੇ ਦੁਆਰਾ ਜੇ ਕਿਸੇ ਨੇ ਵੈਕਸੀਨੇਸ਼ਨ ਸ਼ੁਰੂ ਕੀਤੀ ਸੀ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਕੀਤੀ ਸੀ। ਸੋ ਅੱਜ ਵੀ ਅਸੀਂ ਉਹ ਕਰ ਰਹੇ ਹਾਂ। ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਇਸ ਪੈਂਡੈਮਿਕ ਨੂੰ ਸਮਾਜ ਦੀ ਹਰ ਜ਼ਰੂਰਤ ਨੂੰ ਪੂਰੀ ਕਰ ਸਕਣ ਦੇ ਅੰਦਰ ਉਹਦੇ ਲਈ ਪ੍ਰਯਾਸ ਕਰ ਰਹੇ ਹਾਂ। ਸਰ ਤੁਸੀਂ ਕੀ ਕੀਤਾ ਇਸ ਪੈਂਡੈਮਿਕ ਦੇ ਦੌਰ ਦੇ ਵਿੱਚ? ਇਸ ਪੈਂਡੈਮਿਕ ਦੇ ਦੌਰ ਦੇ ਅੰਦਰ ਮੈਂ ਸੁੱਕਾ ਰਾਸ਼ਨ ਜਿਹੜੇ ਨੀਡੀ ਲੋਕ ਸੀ, ਕੱਲੀ ਨਾਰਥ ਕੌਂਸਟੀਚੁਐਂਸੀ ਨਹੀਂ, ਕੱਲੀ ਸੈਂਟਰਲ ਕੌਂਸਟੀਚੁਐਂਸੀ ਨਹੀਂ, ਜਿੱਥੋਂ ਵੀ ਡਿਮਾਂਡ ਆਈ, ਈਵਨ ਕਈ ਐਸੇ ਦੋਸਤ ਸੀ ਜਿਨ੍ਹਾਂ ਦੀ ਬਿਹਾਰ ਤੋਂ ਡਿਮਾਂਡ ਆਈ, ਕਿਸੇ ਦੀ UP ਤੋਂ ਡਿਮਾਂਡ ਆਈ ਵੀ ਸਾਡੇ ਉੱਥੇ ਦੋਸਤ ਫਸੇ ਹੋਏ ਹੈ, ਤੇ ਅਸੀਂ ਆਪਣੇ ਸੋਰਸ ਦੇ ਰਾਹੀਂ ਉਸ ਇਲਾਕੇ 'ਚੋਂ ਪਤਾ ਕਰਦੇ ਸੀ ਤੇ ਅਸੀਂ ਕਰੀਬ 1300-1400 ਲੋਕਾਂ ਨੂੰ ਸੁੱਕਾ ਰਾਸ਼ਨ ਦਿੱਤਾ। ਔਰ ਜਿਹੜੇ ਪਿਛਲੇ 2-3 ਮਹੀਨੇ ਜਿਹੜੀ ਸੈਕੰਡ ਵੇਵ ਆਈ, ਉਸ 'ਚ ਤਕਰੀਬਨ ਡੇਲੀ ਅਸੀਂ ਹਸਪੀਟਲਸ ਦੇ ਨਾਲ ਟਾਈ ਅਪ ਕਰਦੇ ਸੀਗੇ, ਹਸਪੀਟਲ ਦੇ ਡਾਕਟਰਸ ਨੂੰ ਮਿਲਦੇ ਸੀਗੇ, ਕਿਸੇ ਨੂੰ ਬੈੱਡ ਦੀ ਲੋੜ ਹੁੰਦੀ ਸੀ ਉਹਦੇ ਵਾਸਤੇ ਮਦਦ ਕਰਦੀ ਸੀ, ਕਿਸੇ ਨੂੰ ਆਕਸੀਜਨ ਦੀ ਲੋੜ ਹੁੰਦੀ ਸੀ ਉਹਦੇ ਵਾਸਤੇ ਮਦਦ ਕਰਦੀ ਸੀ। ਕਈ ਪੇਸ਼ੈਂਟ ਇਸ ਤਰ੍ਹਾਂ ਸੀ, ਕੋਈ ਦਿੱਲੀ ਤੋਂ ਪੇਸ਼ੈਂਟ ਜਿਹੜਾ ਸੀ ਉਹ ਸੀਰੀਅਸ ਸੀ, ਉੱਥੋਂ ਨੂੰ ਉਰੇ ਅਸੀਂ ਸ਼ਿਫਟ ਕਰਾਇਆ, ਕੋਈ ਗੁੜਗਾਉਂ ਤੋਂ ਕਰਾਇਆ, ਕੋਈ ਪਠਾਨਕੋਟ ਤੋਂ ਇੱਕ ਪੇਸ਼ੈਂਟ ਸੀਗਾ। ਇਸ ਤਰ੍ਹਾਂ ਜਿੱਥੇ ਵੀ ਕਿਸੇ ਨੂੰ ਜ਼ਰੂਰਤ ਪਈ ਅਸੀਂ ਉਹਨਾਂ ਦੀ ਮਦਦ ਕੀਤੀ ਹੈ। ਤੁਸੀਂ ਨਾਰਥ ਤੇ ਸਾਊਥ ਕੌਂਸਟੀਟੂਐਂਸੀ ਦੀ ਗੱਲ ਕੀਤੀ, ਤੁਸੀਂ ਪਹਿਲਾਂ 2 ਵਾਰ ਨਾਰਥ ਜੋ ਆਪਣੀ ਕਿਸਮਤ ਅਜ਼ਮਾ ਚੁੱਕੇ ਹੋ, ਕੀ ਤੁਹਾਡਾ ਹੁਣ ਧਿਆਨ ਸੈਂਟਰਲ ਵੱਲ ਹੈ? ਮੈਂ ਲੁਧਿਆਣੇ ਦਾ ਸੀਨੀਅਰ ਡਿਪਟੀ ਮੇਅਰ ਰਿਹਾ, ਲੁਧਿਆਣੇ ਦਾ ਪ੍ਰਧਾਨ ਰਿਹਾ, ਤਾਂ ਲੁਧਿਆਣੇ ਦੇ ਕਿਸੇ ਹਿੱਸੇ 'ਚ ਵੀ ਕੋਈ ਜਨਹਿੱਤ ਦੇ ਖਿਲਾਫ ਜਾਂ ਕੋਈ ਪਬਲਿਕ ਦਾ ਮੁੱਦਾ ਜਿਹੜਾ ਲੋਕਾਂ ਦੇ ਸਾਹਮਣੇ ਲਿਆਉਣ ਦੀ ਲੋੜ ਹੁੰਦੀ ਹੈ ਤਾਂ ਮੈਂ ਉਹ ਲੈ ਕੇ ਆਉਂਦਾ। ਉਹ ਸੈਂਟਰਲ 'ਚ ਵੀ ਹੋ ਸਕਦਾ ਹੈ, ਔਰ ਨਾਰਥ ਦਾ ਵੀ ਹੋ ਸਕਦਾ ਹੈ, ਉਹ ਵੈਸਟ ਦਾ ਵੀ ਹੋ ਸਕਦਾ। ਕਿ ਇਸ ਵਾਰ ਤੁਸੀਂ ਆਪਣੀ ਕਿਸਮਤ ਸੈਂਟਰਲ 'ਚੋਂ ਅਜ਼ਮਾਉਣ ਦੇ ਚਾਹਵਾਨ ਹੋ? ਇਹ ਤਾਂ ਮੇਰੇ ਸੰਗਠਨ ਨੇ ਦੇਖਣਾ, ਨੋ ਡਾਊਟ। ਸੈਂਟਰਲ 'ਚ ਮੇਰਾ ਰਿਹਾਇਸ਼ ਹੈ। ਇਸ ਕੌਂਸਟੀਚੁਐਂਸੀ 'ਚੋਂ ਮੈਂ 3 ਵਾਰੀ ਕਾਉਂਸਲਰ ਜਿੱਤੇ ਹਾਂ, ਸੀਨੀਅਰ ਡਿਪਟੀ ਮੇਅਰ ਬਣ ਕੇ ਗਿਆ ਇਸ ਇਲਾਕੇ 'ਚੋਂ। ਕਾਉਂਸਲਰ ਜਿੱਤਣ ਤੋਂ ਬਾਅਦ ਸੇਵਾ ਕੀਤੀ ਹੈ, ਪਰ ਮੇਰੇ ਸੰਗਠਨ ਨੇ ਤੈਅ ਕਰਨਾ ਹੈ, ਉਹ ਜਿੱਥੋਂ ਲੜਾਂਗੇ ਉੱਥੋਂ ਅਸੀਂ ਲੜਾਂਗੇ। ਸਰ ਇਸ ਤੋਂ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਿੰਨੀ ਵਾਰ BJP ਤੋਂ ਤੁਸੀਂ ਲੜੇ ਹੋ, ਆਪਣੇ ਵਾਰਡ ਦੇ ਵਿੱਚ ਤੁਸੀਂ ਜਿੱਤੇ ਹੋ, ਅਗਰ BJP ਤੋਂ ਹੀ ਕੋਈ ਹੋਰ ਕੈਂਡੀਡੇਟ ਲੜਿਆ ਹੈ ਤਾਂ ਉਹ ਹਾਰਿਆ ਹੈ, ਐਵੇਂ ਕਿਉਂ? ਦੇਖੋ, ਜਿਹੜੇ ਇੱਕ ਵਕਤ ਹੁੰਦਾ ਸੀ ਉਦੋਂ ਇਲੈਕਸ਼ਨ, ਜਿਹੜੇ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਸੀ, ਉਹ 20% ਮੋਟਾ ਬੰਦੇ ਦੀ ਇਮੇਜ ਔਰ 80% ਪਾਰਟੀ ਦੇ ਇਮੇਜ ਹੁੰਦੀ ਸੀਗੀ। ਔਰ ਅਸੈਂਬਲੀ ਦੇ ਇਲੈਕਸ਼ਨਾਂ 'ਚ ਮੋਟਾ 50-50 ਹੋ ਜਾਂਦਾ ਸੀ। ਲੇਕਿਨ ਜਿਹੜੇ ਕੌਂਸਲ ਦੇ ਇਲੈਕਸ਼ਨ ਹੁੰਦੇ ਆ, ਉਹ ਉਸ 'ਚ 100% ਬੰਦੇ ਦੀ ਪਰਸਨਲ ਇਮੇਜ ਕੰਮ ਕਰਦੀ ਆ। ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ, ਉਹ ਹਮੇਸ਼ਾ ਕੋਈ ਵੀ ਕੈਂਡੀਡੇਟ ਆਵੇ ਜਿਹਦੇ ਹੱਥ ਫੁੱਲ ਦਾ ਨਿਸ਼ਾਨ ਫੜਿਆ ਹੋਇਆ, ਉਹ ਪਾਰਟੀ ਨੂੰ ਆਪਣੀ ਮਾਂ ਸਮਝ ਕੇ
ਉਹਦੇ ਲਈ ਸੇਵਾ ਕਰਦਾ, ਉਹਦੇ ਲਈ ਕੋਸ਼ਿਸ਼ ਕਰਦਾ। ਲੇਕਿਨ ਅੱਜ ਸਮਾਜ, ਅੱਜ ਹਾਲਾਤ ਬਦਲ ਗਏ। ਅੱਜ ਪਾਰਲੀਮੈਂਟ ਦੇ ਇਲੈਕਸ਼ਨਾਂ 'ਚ ਵੀ ਮੈਂ ਕਹਿੰਦਾ 50% ਤੋਂ ਵੱਧ ਵੀ ਕੈਂਡੀਡੇਟ ਦੀ ਇਮੇਜ ਕੰਮ ਕਰਦੀ ਹੈ, ਔਰ ਅਸੈਂਬਲੀ ਦੇ ਅੰਦਰ ਵੀ 70-80% ਦੀ ਇਮੇਜ ਕੰਮ ਕਰਦੀ ਹੈ। ਪਾਰਟੀ ਨੂੰ ਲੋਕੀ ਤਰਜੀਹ ਨਹੀਂ ਦਿੰਦੇ, ਘੱਟ ਦਿੰਦੇ ਆ। ਲੇਕਿਨ ਜਿਹੜੇ ਕੌਂਸਲ ਦੇ ਇਲੈਕਸ਼ਨ ਹੁੰਦੇ ਆ ਉਹਦੇ ਵਿੱਚ 100% ਨਹੀਂ 200% ਜਿਹੜੀ ਹੈਗੀ ਆ ਉਹ ਪਰਸਨਲ ਇਮੇਜ ਕੰਮ ਕਰਦੀ ਹੈ। ਸੋ ਇਲੈਕਸ਼ਨ ਸਾਡਾ ਜਿਹੜਾ ਇਹ ਇਲਾਕਾ ਹੈ ਜ਼ਿਆਦਾਤਰ ਕਾਂਗਰਸ ਡੋਮੀਨੇਟਿੰਗ ਇਲਾਕਾ ਹੈ। ਤੁਹਾਨੂੰ ਲੋਕਾਂ ਦੇ ਦਿਲ ਜਿੱਤਣੇ ਪੈਣੇ ਆ ਵੋਟਾਂ ਲੈਣ ਦੇ ਵਾਸਤੇ। ਮੈਂ ਇਸ ਇਲਾਕੇ 'ਚ ਰਹਿਣਾ, 2 ਵਾਰ ਜਾ ਕੇ ਨਾਰਥ 'ਚੋਂ ਇਲੈਕਸ਼ਨ ਲੜਿਆ, ਜਿੱਥੇ ਪਾਰਟੀ ਨੂੰ ਕਦੇ 8000 ਵੋਟ ਮਿਲੀ, ਕਦੇ 16000 ਮਿਲੀ, ਫਿਰ ਕਦੇ 30-32 ਮਿਲੀ। ਪਰ ਮੈਂ ਬਿਲਕੁਲ ਮਾਰਜਨਲੀ ਜਿਹੜੀਆਂ ਸੀਟ ਅਸੀਂ ਕਦੇ ਜਿੱਤਣ ਬਾਰੇ ਸੋਚ ਵੀ ਨਹੀਂ ਸਕਦੇ ਸੀਗੇ, ਮੈਂ ਮਾਰਜਨਲੀ ਸਿਰਫ 2000 ਤੋਂ ਰਹਿ ਗਿਆ। ਸੋ ਜਿਹੜੀ ਤੁਹਾਡੀ ਪਰਸਨਲ ਇਮੇਜ ਹੈ, ਜਿਸ ਟਾਈਮ ਤੁਸੀਂ ਲੋਕਾਂ 'ਚ ਵਿਸ਼ਵਾਸ ਬਣਾਉਣ 'ਚ ਕਾਮਯਾਬ ਹੋ ਜਾਂਦੇ ਹੋ ਕਿ ਮੈਂ ਤੁਹਾਡੇ ਲਈ ਹਾਂ, ਤੁਹਾਡੀ ਹਰ ਸਮੱਸਿਆ ਲਈ ਮੈਂ ਇਮਾਨਦਾਰੀ ਨਾਲ ਮਿਹਨਤ ਕਰੂੰਗਾ, ਉਹ ਇਮੇਜ ਫਿਰ ਉਹ ਕਾਊਂਟ ਕਰਦੀ ਹੈ। ਜੀ ਬਿਲਕੁਲ, ਤੁਸੀਂ ਕਿਹਾ ਕਿ ਤੁਸੀਂ ਸਿਰਫ 2000 ਵੋਟਾਂ ਤੋਂ ਰਹਿ ਗਏ ਸੀ, ਤਾਂ ਇਸ ਵਾਰ ਫਿਰ ਤੁਸੀਂ ਨਾਰਥ ਹਲਕੇ ਦੇ ਵਿੱਚ ਕਾਫੀ ਜ਼ਿਆਦਾ ਕੰਮ ਕੀਤਾ ਹੋਣਾ, ਆਪਣੀ ਇਮੇਜ ਬੂਸਟ ਕੀਤੀ ਹੋਣੀ, ਸੋ ਦੈਟ ਕਿ ਤੁਸੀਂ ਉੱਥੇ ਹੀ ਰਹੋ ਅਤੇ ਜੋ 2000 ਦੇ ਮਾਰਜਨ ਨਾਲ ਹਾਰੇ ਹੋ ਉਹਨੂੰ 20000 'ਚ ਤਬਦੀਲ ਕਰੋ। 20000 ਨਾਲ ਹਰਾ ਹੈ ਕੀ ਕਹਿਣਾ? 20000 ਨਾਲ ਜਿੱਤੋ, ਤਬਦੀਲ ਕਰੋ। 20000 ਨਾਲ ਜਿੱਤਾਂ। ਦੇਖੋ ਸਾਡੇ ਵਾਸਤੇ ਜਿਹੜੇ ਇਲੈਕਸ਼ਨ ਹੈ ਨਾ, ਉਹ ਪ੍ਰੋਫੈਸ਼ਨ ਨਹੀਂ ਹੈ, ਉਹ ਪੈਸ਼ਨ ਹੈ। ਅਸੀਂ ਤਾਂ ਸੇਵਾ ਕਰਨੀ ਹੈ। ਪਹਿਲੇ ਇਲੈਕਸ਼ਨ ਮੈਂ ਅਬਦੁੱਲਾਪੁਰ ਬਸਤੀ 'ਚੋਂ ਲੜੇ, ਦੂਜੇ ਇਲੈਕਸ਼ਨ ਮੈਂ ਇੰਡਸਟਰੀ ਏਰੀਏ 'ਚੋਂ ਕਹਿ ਰਿਹਾ ਸੀ, ਪਾਰਟੀ ਨੇ ਮੈਨੂੰ ਕਦਵਾਈ ਨਗਰ 'ਚੋਂ ਟਿਕਟ ਦਿੱਤੀ। ਉਸ ਤੋਂ ਬਾਅਦ ਮੈਂ ਇੱਧਰੋਂ ਕੋਸ਼ਿਸ਼ ਕਰ ਰਿਹਾ ਸੀ, ਪਾਰਟੀ ਨੇ ਨਾਰਥ ਭੇਜਤਾ। ਹੁਣ ਫੇਰ ਕਿਤੇ ਪਾਰਟੀ ਭੇਜੂ, ਉਸ ਤਾਂ ਇਲੈਕਸ਼ਨ ਲੜਨੇ ਆ। ਪਾਰਟੀ ਜਿੱਥੇ ਲੜਾਉਣ ਨੂੰ ਭੇਜੂਗੀ। ਮੈਨੂੰ ਪਾਰਟੀ ਨੇ ਇੱਕ ਵਾਰ ਗੁਜਰਾਤ ਭੇਜਿਆ ਸੀ ਵੀ ਤੁਸੀਂ ਇੰਚਾਰਜ ਤੌਰ ਤੇ ਬਣ ਕੇ ਚਾਹੋ, 2 ਮਹੀਨੇ ਮੈਂ ਉੱਥੇ ਰਿਹਾ, ਅਸੀਂ ਉਹ ਸੀਟ ਵੀ ਜਿੱਤ ਕੇ ਆਏ ਸੀਗੇ। ਸੋ ਇਹ ਤਾਂ ਪਾਰਟੀ ਨੇ ਦੇਖਣਾ। ਸਰ ਤੁਹਾਡੀ ਵੀ ਕੋਈ ਇੱਛਾ ਹੋਏਗੀ ਜਿੱਥੇ ਤੁਸੀਂ ਕੰਮ ਕੀਤਾ ਹੋਏਗਾ, ਖੁਦ ਨੂੰ ਵੀ ਪਤਾ ਹੁੰਦਾ ਹੈ ਕਿ ਮੈਂ ਇਸ ਏਰੀਏ 'ਚ ਕੰਮ ਕੀਤਾ, ਮੇਰਾ ਇਸ ਏਰੀਏ 'ਚ ਦਬਦਬਾ ਹੈ, ਮੈਂ ਪਾਰਟੀ ਨੂੰ ਇੱਥੋਂ ਜਿੱਤ ਕੇ ਲੈ ਜਾ ਸਕਦਾ। ਮੈਨੂੰ ਜਿੱਥੇ ਪਾਰਟੀ ਸੀਟ ਦੇ ਦੂਗੀ, ਜੇ ਮੈਨੂੰ ਸੈਂਟਰਲ ਛੱਡ ਕੇ ਨਾਰਥ 'ਚ ਭੇਜਿਆ, ਮੈਂ ਉੱਥੇ ਵੀ ਜਿੱਤ ਦੇ ਨਜ਼ਦੀਕ ਲੈ ਆਇਆ। ਤੇ ਮੈਨੂੰ ਪਾਰਟੀ ਮੇਰੀ ਮਾਂ ਹੈ, ਤੇ ਮੇਰੀ ਮਾਂ ਜੋ ਹੁਕਮ ਕਰੇਗੀ ਅਸੀਂ ਉਹ ਮੰਨ ਲਾਂਗੇ। ਸਰ ਸੂਤਰਾ ਤੋਂ ਇੱਕ ਖਬਰ ਹੋਰ ਵੀ ਆਈ ਹੈ ਕਿ ਤੁਸੀਂ ਕਿਸੇ ਹੋਰ ਪਾਰਟੀ ਨਾਲ ਵੀ ਇਸ ਟਾਈਮ ਥੋੜਾ ਬਹੁਤ ਤੁਹਾਡੀ ਗੱਲਬਾਤ ਚੱਲਦੀ ਪਈ ਹੈ, ਕੀ ਇਹ ਗੱਲ ਸੱਚ ਹੈ? ਪ੍ਰਵੀਨ ਬਾਂਸਲ ਬਾਰੇ ਉਹਦੇ ਦੁਸ਼ਮਣ ਵੀ ਜਾਣਦੇ ਹੈ ਕਿ ਉਹ ਆਪਣੀ ਪਾਰਟੀ ਦੇ ਪ੍ਰਤੀ ਕਿੰਨਾ ਕੁ ਵਫਾਦਾਰ ਹੈ। ਇਸ ਲਈ ਤੁਹਾਨੂੰ ਆਪਣੇ ਸੂਤਰ ਚੱਕਣ ਦੀ ਲੋੜ ਹੈ। ਤੇ ਤੁਸੀਂ ਹੁਣ ਅਗਰ ਆਪਾਂ 2022 ਦੇ ਇਲੈਕਸ਼ਨਸ ਦੀ ਗੱਲ ਕਰੀਏ, ਬੀਜੇਪੀ ਨੂੰ ਕਿੱਥੇ ਦੇਖਦੇ ਹੋ? ਦੇਖੋ ਭਾਰਤੀ ਜਨਤਾ ਪਾਰਟੀ, ਜਿਸ ਤਰ੍ਹਾਂ ਅਸੀਂ ਸਿਰਫ 2 ਸੀਟਾਂ ਤੋਂ ਅੱਜ 304 ਸੀਟਾਂ ਲੈ ਕੇ ਕੇਂਦਰ 'ਚ ਸਰਕਾਰ ਚਲਾ ਰਹੇ ਹਾਂ। ਜਿਹੜੇ ਇਲਾਕਿਆਂ 'ਚ ਭਾਰਤੀ ਜਨਤਾ ਪਾਰਟੀ ਕਦੇ ਸੀ ਵੀ ਨਹੀਂ, ਅਸਾਮ, ਵੈਸਟ ਬੰਗਾਲ ਜਿਹੇ ਜਿਹੇ ਇਲਾਕਿਆਂ 'ਚ 5 ਸਾਲ 'ਚ ਅਸੀਂ 3 ਸੀਟਾਂ ਤੋਂ 77 ਸੀਟਾਂ ਤੱਕ ਅਸੀਂ ਪਹੁੰਚ ਗਏ। 25 ਗੁਣਾ ਜਿਹੜੀ ਅਸੀਂ ਸਾਡਾ ਵਾਧਾ ਹੋਇਆ। ਅੱਜ ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਦੀ ਸਭ ਤੋਂ ਬੜੀ ਤਕੜੀ ਤੇ ਵਰਲਡ ਦੀ ਸਭ ਤੋਂ ਜ਼ਿਆਦਾ ਮੈਂਬਰਸ਼ਿਪ ਵਾਲੀ ਪਾਰਟੀ ਹੈ। ਅੱਜ ਸਾਡੇ ਨੇਤਾ ਸ਼੍ਰੀ ਨਰਿੰਦਰ ਮੋਦੀ ਜੀ ਦੀ, ਜੇ ਅਸੀਂ ਉਹਨਾਂ ਦੀ ਕ੍ਰੈਡੀਬਿਲਿਟੀ ਦੀ, ਉਹਨਾਂ ਦੀ ਉਹਦੀ ਜਿਸ ਤਰ੍ਹਾਂ ਦੀ ਅੱਜ ਛਵੀ ਬਣੀ ਹੋਈ ਹੈ, ਤਾਂ 66% ਵਰਲਡ 'ਚ ਸਭ ਤੋਂ ਵੱਧ ਹੈ ਉਹਨਾਂ ਦੀ ਛਵੀ। ਸਾਡਾ ਕੰਮ, ਸਾਡੀ ਨੀਅਤ ਸਾਫ਼ ਹੈ, ਸਾਡੀ ਨੀਤੀ ਸਪਸ਼ਟ ਹੈ। ਉਹਦੇ ਸਿਰ ਤੇ ਅੱਜ ਹਰ ਪਾਸੇ ਭਾਰਤੀ ਜਨਤਾ ਪਾਰਟੀ ਤਰੱਕੀ ਕਰ ਰਹੀ ਹੈ। ਪੰਜਾਬ ਦੇ ਅੰਦਰ ਤੁਸੀਂ ਦੇਖੋ, ਚਾਹੇ ਅਕਾਲੀ ਦਲ ਹੈ ਉਹਨੂੰ ਭਾਰਤੀ ਜਨਤਾ ਪਾਰਟੀ ਤੋਂ ਡਰ ਲੱਗ ਰਿਹਾ, ਚਾਹੇ ਕਾਂਗਰਸ ਹੈ ਉਹਨੂੰ ਭਾਰਤੀ ਜਨਤਾ ਪਾਰਟੀ ਤੋਂ ਡਰ ਲੱਗ ਰਿਹਾ, ਚਾਹੇ ਆਪ ਹੈ ਉਹਨੂੰ ਭਾਰਤੀ ਜਨਤਾ ਪਾਰਟੀ ਤੋਂ ਡਰ ਲੱਗ ਰਿਹਾ। ਅਲੱਗ-ਅਲੱਗ ਤਰੀਕਿਆਂ ਦੇ ਨਾਲ ਪਿੱਛੇ ਪੰਚਾਇਤ ਦੀਆਂ ਚੋਣਾਂ ਹੋਈਆਂ, ਕਾਂਗਰਸ ਦੇ ਗੁੰਡਿਆਂ ਦੇ ਰੂਪ 'ਚ ਵੀ ਤੇ ਅਦਰਵਾਈਜ਼ ਵੀ। ਤੁਸੀਂ ਦੇਖੋ, ਨਾ ਆਪ ਨੂੰ ਕਿਸੇ ਨੇ ਪ੍ਰਚਾਰ ਕਰਨ ਤੋਂ ਰੋਕਿਆ, ਨਾ ਕਾਂਗਰਸ ਨੂੰ ਕਿਸੇ ਨੇ ਪ੍ਰਚਾਰ ਕਰਨ ਤੋਂ ਰੋਕਿਆ, ਨਾ ਅਕਾਲੀ ਦਲ ਨੂੰ ਕਿਸੇ ਨੇ ਪ੍ਰਚਾਰ ਕਰਨ ਤੋਂ ਰੋਕਿਆ। ਜੇ ਸਭ ਤੋਂ ਜ਼ਿਆਦਾ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਚਾਹੇ ਕਿਸੇ ਰੂਪ 'ਚ ਰੋਕਣ ਦੀ ਕੀਤੀ, ਤਾਂ ਭਾਰਤੀ ਜਨਤਾ ਪਾਰਟੀ ਨੂੰ। ਤੇ ਇਹ ਚੀਜ਼ਾਂ ਇਹ ਇੱਕ ਸਿਗਨਲ ਦਿੰਦੀ ਹੈ, ਇੱਕ ਮੈਸੇਜ ਦਿੰਦੀ ਹੈ ਵੀ ਆਉਣ ਵਾਲੇ ਟਾਈਮ 'ਚ ਭਾਰਤੀ ਜਨਤਾ ਪਾਰਟੀ ਕਿਸ ਤਰੀਕੇ ਦੇ ਨਾਲ ਪੰਜਾਬ 'ਚ ਵੱਧ ਰਹੀ ਹੈ। ਔਰ 2022 ਦੇ ਅੰਦਰ ਜਿਹੜਾ ਅਸੀਂ ਐਕਸਪੈਰੀਮੈਂਟ ਹਰਿਆਣੇ 'ਚ ਕੀਤਾ ਸੀ,
ਅਸੀਂ ਹਰਿਆਣੇ 'ਚ ਆਪਣੀ ਸਰਕਾਰ ਬਣਾਈ ਸੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ 2022 ਦੇ ਅੰਦਰ। ਪਰ ਸਰ ਕਿਸਾਨਾਂ ਦਾ ਮੁੱਦਾ ਭਾਰਤੀ ਜਨਤਾ ਪਾਰਟੀ ਤੋਂ ਸੋਲਵ ਨਹੀਂ ਹੋਇਆ, ਇਹਦਾ ਕੀ ਕਾਰਨ ਹੈ? ਸੋਲਵ ਹੋਇਆ ਨਹੀਂ ਜਾਂ ਕੋਈ ਸੋਲਵ ਕਰਨਾ ਨਹੀਂ ਚਾਹੁੰਦਾ, ਪਹਿਲਾਂ ਤੁਹਾਨੂੰ ਇਹਦੇ ਵਿੱਚ ਸੋਚਣਾ ਪਏਗਾ। ਹਿੰਦੁਸਤਾਨ 'ਚ ਜਿੰਨੇ ਅੰਦੋਲਨ ਹੋਏ ਆ, ਕਿਆ ਤੁਹਾਡੇ ਕੋਲ ਇੱਕ ਐਗਜ਼ਾਮਪਲ ਹੈ ਕੋਈ ਵੀ ਕੋਈ ਐਸੇ ਅੰਦੋਲਨ ਵਾਸਤੇ ਕੇਂਦਰ ਦੇ 4-4 ਮੰਤਰੀ ਪੂਰਾ ਦਿਨ 11 ਮੀਟਿੰਗਾਂ ਕੀਤੀਆਂ ਹੋਣ ਔਰ ਹਰ ਮੀਟਿੰਗ ਦੇ ਅੰਦਰ ਫਲੈਕਸੀਬਿਲਟੀ ਦੇ ਨਾਲ ਬਿੱਲਾਂ ਨੂੰ ਤਰਕ ਦੇ ਆਧਾਰ ਤੇ ਪ੍ਰੂਫ ਕਰਕੇ ਵੀ ਇਹ ਬਿੱਲ ਠੀਕ ਹੈ, ਪਰ ਫਿਰ ਵੀ ਜੇ ਕਿਸਾਨੀ ਲੀਡਰ ਇਹ ਚਾਹੁੰਦੇ ਆ ਵੀ ਨਹੀਂ ਸਾਡੇ ਨਾਲ ਬੈਠੋ, ਇਹਦੇ ਬਾਰੇ ਕੋਕ ਕਰਨ ਦੀ ਲੋੜ ਹੈ, ਫਿਰ ਵੀ ਉਹਨਾਂ ਦੀ ਰਿਸਪੈਕਟ ਕਰਦੇ ਹੋਏ ਆਪਣੀ ਗੱਲ 'ਚ ਫਲੈਕਸੀਬਿਲਟੀ ਲਿਆਉਂਦੇ ਹੋਏ ਉਹਨਾਂ ਦੀ ਗੱਲ ਮੰਨਣ ਦੀ ਕੋਸ਼ਿਸ਼ ਕੀਤੀ। ਸੋ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਸਾਰੇ ਬਿੱਲਾਂ ਦੇ ਬਾਰੇ ਜਿਹੜੇ ਉਹਨਾਂ ਦੇ ਡਰ ਸੀਗੇ ਉਹਨੂੰ ਦੂਰ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਹਿਸਾਬ ਦੇ ਨਾਲ 1.5 ਸਾਲ ਵਾਸਤੇ ਉਹਨੂੰ ਮੁਲਤਵੀ ਕਰਨ ਦੀ ਵੀ ਜਿਹੜੀ ਹੈਗੀ ਗੱਲ ਸਰਕਾਰ ਨੇ ਮੰਨੀ। ਸੋ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਕਮੀ ਨਹੀਂ ਸੀ। ਅੱਜ ਵੀ ਉਹਨਾਂ ਨੇ ਓਪਨਲੀ ਸਾਡੇ ਕ੍ਰਿਸ਼ੀ ਮੰਤਰੀ ਆਦਰਨੀय ਸ਼੍ਰੀ ਨਰਿੰਦਰ ਤੋਮਰ ਜੀ ਨੇ ਕਿਹਾ ਵੀ ਤੁਸੀਂ ਕੋਈ ਕੰਕਰੀਟ ਕੋਈ ਉਹ ਲੈ ਕੇ ਆਓ, ਕੋਈ ਪ੍ਰਪੋਜ਼ਲ ਲੈ ਕੇ ਆਓ ਤੇ ਅਸੀਂ ਉਹ ਬੈਠਣ ਨੂੰ ਤਿਆਰ ਹਾਂ। ਆਦਰਨੀय ਮੋਦੀ ਸਾਹਿਬ ਨੇ ਵੀ ਕਿਹਾ ਦੇ ਆਰ ਰੈਡੀ। ਸੋ ਭਾਰਤੀ ਜਨਤਾ ਪਾਰਟੀ ਇਹ ਸਮਝਦੀ ਹੈ ਵੀ ਕਿਸਾਨ ਪਹਿਲਾਂ ਵੀ ਸਾਡੇ ਸੀ, ਅੱਜ ਵੀ ਸਾਡੇ ਆ ਤੇ ਅੱਗੇ ਵੀ ਸਾਡੇ ਰਹਿਣਗੇ, ਕਿਉਂਕਿ ਕਿਸਾਨ ਅਸੀਂ ਵਾਅਦਾ ਕੀਤਾ ਸੀ ਕਿ ਕਿਸਾਨ ਪੁਰਾਣੀਆਂ ਪਾਰਟੀਆਂ ਜਿਹੜੀਆਂ ਸਰਕਾਰਾਂ ਚਲਾਉਂਦੀਆਂ ਸੀ ਉਹ ਸ਼ੋਸ਼ਣ ਕਰਦੀਆਂ ਸੀ ਕਿਸਾਨਾਂ ਦਾ, ਉਹਨਾਂ ਦੇ 70 ਸਾਲ ਤੱਕ ਉਹ ਐਸੀ ਪਾਲਿਸੀ ਨਹੀਂ ਦੇ ਸਕੇ, ਉਹ ਆਤਮ ਹੱਤਿਆ ਕਰਦੇ ਸੀ, ਉਹਨਾਂ ਦੀ ਇਨਕਮ ਵਧੇ। ਅਸੀਂ ਵਾਅਦਾ ਕੀਤਾ ਵੀ 2022 ਤੱਕ ਉਹਨਾਂ ਦੀ ਇਨਕਮ ਦੁੱਗਣੀ ਹੋਏਗੀ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਹਨੂੰ ਟਾਰਗੇਟ ਕਰਕੇ ਚੱਲ ਰਹੇ ਹਾਂ। ਸਰ ਕੀ ਕਿਸਾਨ ਇਹ ਮੁੱਦਾ ਸੋਲਵ ਨਹੀਂ ਕਰਨਾ ਚਾਹੁੰਦੇ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਨਹੀਂ, ਤੁਸੀਂ ਨਾ ਇਹਨੂੰ ਕਿਸਾਨਾਂ ਦੇ ਕੁਝ ਲੀਡਰ ਇੱਦਾਂ ਦੇ ਆ ਜਿਹੜੇ ਕਿਸਾਨੀ ਮੁੱਦਾ ਨਹੀਂ ਉਹਨਾਂ ਦਾ ਹੈਗਾ, ਉਹਨਾਂ ਦਾ ਕੋਈ ਹੋਰ ਹਿਡਨ ਏਜੰਡਾ। ਕੀ ਏਜੰਡਾ ਹੋ ਸਕਦਾ ਸਰ ਇਹ? ਉਹ ਤਾਂ ਹੁਣ ਸਾਹਮਣੇ ਆਏਗਾ। ਸਰ ਤੁਸੀਂ ਜਿੱਤਣ ਦੀ ਗੱਲ ਕਰ ਰਹੇ ਹੋ, ਤੁਹਾਡੇ ਇੱਕ ਲੁਧਿਆਣਾ ਦੇ ਲੀਡਰ ਨੇ ਇਹ ਚੀਜ਼ ਕਹੀ ਸੀ ਕਿ ਤੁਹਾਨੂੰ 117 ਦੇ ਕੈਂਡੀਡੇਟ ਵੀ ਨਹੀਂ ਮਿਲਣੇ 117 ਸੀਟਾਂ ਤੇ, ਜਿੱਤਣਾ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਤੁਸੀਂ ਕਹਿ ਰਹੇ ਹੋ ਕਿ ਹਜੇ ਲੁਧਿਆਣਾ ਦੇ ਵਿੱਚ ਕੋਈ ਮਤਭੇਦ ਨਹੀਂ ਹੈ। ਮੈਂ ਦੀਪਕ ਗਰਗ ਜੀ ਦੀ ਗੱਲ ਕਰ ਰਹੀ ਹਾਂ, ਉਹਨਾਂ ਨੇ ਸਾਨੂੰ ਇੰਟਰਵਿਊ ਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਕਹੀ ਸੀ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਬਣੇਗੀ, ਉਹਨਾਂ ਨੂੰ 117 ਸੀਟਾਂ ਤੇ ਲੀਡਰ ਨਹੀਂ ਮਿਲਣਗੇ ਤੇ ਉਹ ਕਾਫੀ ਜ਼ਿਆਦਾ ਨਾਰਾਜ਼ ਵੀ ਨਜ਼ਰ ਆ ਰਹੇ ਨੇ ਲੁਧਿਆਣਾ ਦੀ ਲੀਡਰਸ਼ਿਪ ਤੋਂ। ਦੇਖੋ, ਕੁਝ ਬੰਦਿਆਂ ਬਾਰੇ ਮੈਂ ਕੀ ਕਹਿਣਾ ਸਮਝਦਾ, ਕਿੰਨਾ ਕੁ ਦੀਪਕ ਗਰਗ ਜੀ ਨੂੰ ਪਤਾ ਹੋਣਾ, ਤੇ ਮੈਂ ਉਹਦਾ ਕੋਈ ਜਵਾਬ ਨਹੀਂ ਦੇਣਾ। ਸਰ 2 ਵਾਰੀ ਨੌਰਥ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਕੀ ਲੱਗਦਾ ਕਿ ਇਸ ਵਾਰ ਵੀ ਪਾਰਟੀ ਤੁਹਾਨੂੰ ਟਿਕਟ ਦੇਗੀ? ਦੇਖੋ, ਅਸੀਂ ਇਲੈਕਸ਼ਨ ਹਾਰੇ ਹਾਂ ਪਰ ਲੋਕਾਂ ਦੇ ਦਿਲ ਜਿੱਤੇ ਆ। ਜਾ ਕੇ ਸਮਾਜ 'ਚ ਦੇਖੋ, ਲੋਕੀ ਹਰਨ ਤੋਂ ਬਾਅਦ ਘਰ ਬਹਿ ਜਾਂਦੇ ਆ। ਅੱਜ ਵੀ ਮੇਰਾ ਉਹ ਸੇਵਾ ਕੇਂਦਰ, ਅੱਜ ਵੀ ਮੇਰਾ ਦਫ਼ਤਰ ਲੋਕਾਂ ਦੀ ਸੇਵਾ ਲਈ ਅਸੀਂ ਬਰਾਬਰ ਰਨ ਕਰ ਰਹੇ ਹਾਂ ਔਰ ਹਰਨ ਤੋਂ ਬਾਅਦ ਲੋਕਾਂ ਨੂੰ ਕੋਈ ਪੁੱਛਦਾ ਵੀ ਨਹੀਂ। ਸਾਡੀ ਸਮਾਜ ਨੇ ਸਾਨੂੰ ਅੱਜ ਵੀ ਅੱਖਾਂ ਤੇ ਬਿਠਾਇਆ। ਠੀਕ ਹੈ ਸਰ, ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਇਹ ਕੀਤੀ ਅਸੀਂ ਪ੍ਰਵੀਨ ਬੰਸਲ ਜੀ ਨਾਲ ਖਾਸ ਗੱਲਬਾਤ, ਜਿਨ੍ਹਾਂ ਨੇ ਕਾਫੀ ਕੁਝ ਕਲੀਅਰ ਕੀਤਾ ਬੀਜੇਪੀ ਨੂੰ ਲੈ ਕੇ। ਇਸੇ ਦੇ ਨਾਲ ਕੈਮਰਾਮੈਨ ਬੌਬੀ ਦੇ ਨਾਲ ਮੈਂ ਏਕਤਾ ਸਿੰਗਲਾ, ਤੁਸੀਂ ਦੇਖਦੇ ਰਹੋ ਖਬਰ ਦਿਨ ਪਰ। ਧੰਨਵਾਦ।